Hello students, I am Sukhvinder Kaur from Department of Economics, GGDST College हरियाणा ਹੁਸ਼ਿਆਰਪੁਰ। ਅੱਜ ਅਸੀਂ ਕਰਾਂਗੇ ਟੌਪਿਕ law of variable proportion। law of variable proportion ਘਟਦੇ ਵੱਧਦੇ ਅਨੁਪਾਤ ਦਾ ਨਿਯਮ। ਕੱਲ੍ਹ ਆਪਾਂ ਕੀਤਾ ਸੀ ਪ੍ਰੋਡਕਸ਼ਨ ਫੰਕਸ਼ਨ ਕੀ ਹੈ, ਟੈਕਨੀਕਲ ਰਿਲੇਸ਼ਨਸ਼ਿਪ ਬਿਟਵੀਨ ਇਨਪੁਟ ਐਂਡ ਆਊਟਪੁੱਟ। ਜਦੋਂ ਤੁਸੀਂ ਇਨਪੁੱਟ ਨੂੰ ਰॉ ਮਟੀਰੀਅਲ ਨੂੰ ਲੇਬਰ, ਲੈਂਡ, ਕੈਪੀਟਲ, ਐਂਟਰਪ੍ਰੇਨਿਓਰ ਦੀ ਹੈਲਪ ਦੇ ਨਾਲ ਆਊਟਪੁੱਟ ਦੇ ਵਿੱਚ ਕਨਵਰਟ ਕਰ ਦਿੰਦੇ ਹੋ, ਉਸ ਨੂੰ ਤੁਸੀਂ ਉਸ ਟੈਕਨੀਕਲ ਰਿਲੇਸ਼ਨਸ਼ਿਪ ਨੂੰ ਤੁਸੀਂ ਪ੍ਰੋਡਕਸ਼ਨ ਫੰਕਸ਼ਨ ਕਹਿੰਦੇ ਹੋ। ਅਤੇ ਪ੍ਰੋਡਕਸ਼ਨ ਫੰਕਸ਼ਨ ਅੱਗੇ ਆਪਾਂ ਉਹਦੇ ਜਦੋਂ ਟਾਈਪਸ ਦੀ ਗੱਲ ਕੀਤੀ ਸੀ, ਦੋ ਤਰ੍ਹਾਂ ਦਾ ਸੀਗਾ। ਉਹਦੀਆਂ ਦੋ ਜਿਹੜੇ ਲਾਜ਼ ਸੀਗੇ, ਲਾਜ਼ ਆਫ ਪ੍ਰੋਡਕਸ਼ਨ। ਇੱਕ ਸੀਗਾ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ, ਜਿਹੜਾ ਆਪਾਂ ਅੱਜ ਕਰਾਂਗੇ, ਅਤੇ ਦੂਸਰਾ ਸੀਗਾ ਲਾਅ ਆਫ ਰਿਟਰਨਸ ਟੂ ਸਕੇਲ। ਇਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਸਭ ਤੋਂ ਪਹਿਲਾਂ ਤਾਂ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਕਰਨਾ, ਅਤੇ ਇਹਦੇ ਵਿੱਚ ਇਹ ਆਏਗਾ ਕਿ ਇਹ ਜਿਹੜਾ ਲਾਅ ਆ, ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਆ, ਇਹ ਸ਼ਾਰਟ ਪੀਰੀਅਡ ਦਾ ਲਾਅ ਆ। ਇਹ ਸ਼ਾਰਟ ਪੀਰੀਅਡ ਦੇ ਵਿੱਚ ਜਿਹੜੀ ਤੁਹਾਡੀ ਸਿਰਫ ਅਤੇ ਸਿਰਫ ਇੱਕ ਫੈਕਟਰ ਆਫ ਪ੍ਰੋਡਕਸ਼ਨ ਆ ਜਿਹੜਾ ਲੇਬਰ, ਉਹ ਵੇਰੀਏਬਲ ਹੁੰਦਾ, ਅਤੇ ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਕਿੰਨੇ ਹੁੰਦੇ ਆ? 4। ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ। ਔਰ ਲੌਂਗ ਪੀਰੀਅਡ ਦੇ ਵਿੱਚ ਤਾਂ ਸਾਰੇ ਵੇਰੀਏਬਲ ਹੋ ਜਾਂਦੇ, ਪਰ ਸ਼ਾਰਟ ਪੀਰੀਅਡ ਦੇ ਵਿੱਚ ਲੇਬਰ ਨੂੰ ਛੱਡ ਕੇ ਬਾਕੀ ਸਾਰੇ ਕਾਂਸਟੈਂਟ ਹੁੰਦੇ ਆ। ਕੈਪੀਟਲ, ਲੈਂਡ ਐਂਡ ਐਂਟਰਪ੍ਰੇਨਿਓਰ ਇਹ ਕਾਂਸਟੈਂਟ ਹੋਣਗੇ, ਅਤੇ ਸਿਰਫ ਲੇਬਰ ਇੱਕ ਫੈਕਟਰ ਆਫ ਪ੍ਰੋਡਕਸ਼ਨ ਆ ਜਿਹੜਾ ਵੇਰੀਏਬਲ ਹੋਏਗਾ। ਔਰ ਸਿਰਫ ਲੇਬਰ ਕਿਉਂਕਿ ਵੇਰੀਏਬਲ ਹੋਏਗਾ, ਇਸ ਲਈ ਲੇਬਰ ਦੇ ਵਿੱਚ ਚੇਂਜ ਕਰਕੇ ਹੀ ਤੁਸੀਂ ਆਊਟਪੁੱਟ ਆ ਜਿਹੜੀ ਉਸ ਨੂੰ ਵਧਾ ਸਕਦੇ ਹੋ, ਅਤੇ ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਕਾਂਸਟੈਂਟ ਰਹਿਣਗੇ। ਇਸ ਲਈ ਅਸੀਂ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਜਦੋਂ ਕਰਨਾ ਹੈ, ਤਾਂ ਇਹਦੇ ਵਿੱਚ ਇਹੀ ਆਏਗਾ ਕਿ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਸ਼ਾਰਟ ਪੀਰੀਅਡ ਦੀ ਥਿਊਰੀ ਹੈਗੀ ਆ। ਸ਼ਾਰਟ ਪੀਰੀਅਡ ਦੇ ਵਿੱਚ ਲਾਗੂ ਹੋਣ ਵਾਲਾ ਉਤਪਾਦਨ ਦਾ ਇੱਕ ਨਿਯਮ ਹੈਗਾ ਆ। ਔਰ ਇਹਦੇ ਵਿੱਚ ਇਹ ਆ ਕਿ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਇਹ ਦੱਸਦਾ ਹੈ ਕਿ ਸ਼ਾਰਟ ਪੀਰੀਅਡ ਦੇ ਵਿੱਚ ਜਦੋਂ ਸਿਰਫ ਅਤੇ ਸਿਰਫ ਲੇਬਰ ਇੱਕ ਵੇਰੀਏਬਲ ਫੈਕਟਰ ਆਫ ਪ੍ਰੋਡਕਸ਼ਨ ਹੈਗਾ, ਅਤੇ ਬਾਕੀ ਉਤਪਾਦਨ ਦੇ ਬਾਕੀ ਸਾਰੇ ਸਾਧਨ, ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਜਿਹੜੇ ਆ ਕਾਂਸਟੈਂਟ ਰਹਿੰਦੇ ਆ, ਅਤੇ ਲੇਬਰ ਨੂੰ ਵਧਾ ਕੇ ਹੀ ਤੁਸੀਂ ਆਊਟਪੁੱਟ ਦੇ ਵਿੱਚ ਜਿਹੜੀ ਚੇਂਜ ਆ ਉਹ ਕਰ ਸਕਦੇ ਹੋ। ਅਤੇ ਇਸ ਨਿਯਮ ਤੋਂ ਇਹੀ ਪਤਾ ਲੱਗਦਾ ਕਿ ਜਦੋਂ ਤੁਸੀਂ ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਤੁਹਾਡੇ ਕਾਂਸਟੈਂਟ ਆ, ਅਤੇ ਜਦੋਂ ਤੁਸੀਂ ਲੇਬਰ ਨੂੰ ਵਧਾਓਗੇ, ਸ਼ੁਰੂ ਦੇ ਵਿੱਚ ਤੁਹਾਡੀ ਆਊਟਪੁੱਟ ਦੇ ਵਿੱਚ ਵੱਧਦੀ ਦਰ 'ਤੇ ਵਾਧਾ ਹੋਏਗਾ। ਫਿਰ ਤੁਹਾਡੀ ਆਊਟਪੁੱਟ ਦੇ ਵਿੱਚ ਕਾਂਸਟੈਂਟ ਰੇਟ 'ਤੇ ਵਾਧਾ ਹੋਏਗਾ, ਮਤਲਬ ਆਊਟਪੁੱਟ 'ਚ ਵਾਧਾ ਹੀ ਨਹੀਂ ਹੋਏਗਾ। ਪਰ ਉਸ ਤੋਂ ਬਾਅਦ ਫਿਰ ਵੀ ਜੇ ਤੁਸੀਂ ਲੇਬਰ ਵਧਾ ਦਿੰਦੇ ਹੋ, ਇਨਪੁੱਟ ਵਧਾ ਦਿੰਦੇ ਹੋ, ਅਤੇ ਤੁਹਾਡੀ ਆਊਟਪੁੱਟ ਆ ਜਿਹੜੀ ਉਹਦੇ ਵਿੱਚ ਕਮੀ ਆਉਣੀ ਸ਼ੁਰੂ ਹੋ ਜਾਏਗੀ। ਅਤੇ ਇਸ ਨੂੰ ਲੈਫਟ ਵਿੱਚ ਨੇ ਕਿਹਾ ਸੀਗਾ ਕਿ ਲਾਅ ਆਫ ਵੇਰੀਏਬਲ ਪ੍ਰਪੋਰਸ਼ਨ ਇਹ ਦੱਸਦਾ ਕਿ ਜੇਕਰ ਇੱਕ ਪ੍ਰਤੀ ਇਕਾਈ ਸਮੇਂ ਵਿੱਚ ਇੱਕ ਸਾਧਨ ਦੀ ਮਾਤਰਾ ਵਿੱਚ ਵਾਧਾ ਹੋ ਜਾਂਦਾ, ਦੂਜੇ ਸਾਧਨਾਂ ਨੂੰ ਸਥਿਰ ਰੱਖਿਆ ਜਾਂਦਾ। ਮੀਨਸ ਸਿਰਫ ਅਤੇ ਸਿਰਫ ਤੁਸੀਂ ਇੱਕ ਇਨਪੁੱਟ ਦੈਟ ਇਜ਼ ਲੇਬਰ, ਉਹਦੇ ਵਿੱਚ ਵਾਧਾ ਕਰਦੇ ਹੋ, ਬਾਕੀ ਸਾਰੇ ਫੈਕਟਰਸ ਆਫ ਪ੍ਰੋਡਕਸ਼ਨ ਕਾਂਸਟੈਂਟ ਰਹਿਣਗੇ, ਤਾਂ ਵਸਤੂ ਦੀ ਜਿਹੜੀ ਤੁਹਾਡੀ ਕੁੱਲ ਪ੍ਰੋਡਕਸ਼ਨ ਹੋਣੀ ਆ ਉਹਦੇ ਵਿੱਚ ਸ਼ੁਰੂ ਦੇ ਵਿੱਚ ਵਾਧਾ ਹੋਏਗਾ, ਪਰ ਹੌਲੀ ਹੌਲੀ ਉਹ ਵਾਧਾ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਏਗਾ। ਅਤੇ ਇਹ ਜਿਹੜਾ ਸਿਧਾਂਤ ਆ ਇਹ ਕੁਝ ਇੱਕ ਮਾਨਤਾਵਾਂ 'ਤੇ ਆਧਾਰਿਤ ਆ। ਪਹਿਲੀ ਮਾਨਤਾ ਤਾਂ ਇਹ ਆ ਕਿ ਉਤਪਾਦਨ ਦੇ ਜਿਹੜੇ ਸਾਧਨ ਆ ਉਹਨਾਂ ਦੇ ਵਿੱਚੋਂ ਸਿਰਫ ਇੱਕ ਸਾਧਨ ਜਿਹੜਾ ਵੇਰੀਏਬਲ ਆ, ਪਰਿਵਰਤਨਸ਼ੀਲ ਆ, ਬਾਕੀ ਸਾਧਨ ਜਿਹੜੇ ਹੈਗੇ ਆ, ਬਾਕੀ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਹੈਗੇ ਆ ਉਹ ਫਿਕਸਡ ਆ। ਲੇਬਰ ਨੂੰ ਛੱਡ ਕੇ ਲੈਂਡ, ਕੈਪੀਟਲ ਅਤੇ ਐਂਟਰਪ੍ਰੇਨਿਓਰ ਇਹ ਫਿਕਸ ਫੈਕਟਰ ਆ। ਅਤੇ ਜਿਹੜਾ ਪਰਿਵਰਤਨਸ਼ੀਲ ਫੈਕਟਰ ਆ ਦੈਟ ਇਜ਼ ਲੇਬਰ ਆ ਜਿਹੜਾ ਉਹ ਵੇਰੀਏਬਲ ਤਾਂ ਹੈਗਾ ਹੀ ਹੈਗਾ, ਉਹ ਹੋਮੋਜੀਨੀਅਸ ਵੀ ਆ। ਹੋਮੋਜੀਨੀਅਸ ਦਾ ਮਤਲਬ ਕੀ ਹੈ ਕਿ ਜੇ ਤੁਸੀਂ ਨੈਕਸਟ ਲੇਬਰਰ ਲਗਾਓਗੇ ਤਾਂ ਉਹ ਠੀਕ ਉਸੇ ਤਰ੍ਹਾਂ ਦੀ ਉਨੀ ਆਊਟਪੁੱਟ ਹੀ ਦੇਗਾ ਜਿੰਨੀ ਪਹਿਲਾਂ ਲੇਬਰਰ ਦਿੰਦਾ ਪਿਆ। ਅਤੇ ਇਹ ਵੀ ਇੱਕ ਮਾਨਤਾ ਹੈ ਕਿ ਕੋਈ ਵੀ ਜਿਹੜੀ ਟੈਕਨੀਕ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਚੇਂਜ ਨਹੀਂ ਆਉਂਦੀ। ਜਦੋਂ ਤੁਸੀਂ ਇੱਕ ਲੇਬਰਰ ਲਗਾਉਂਦੇ ਪਏ ਹੋ ਉਦੋਂ ਵੀ ਟੈਕਨੀਕ ਉਸੇ ਤਰ੍ਹਾਂ ਦੀ ਆ, 2 'ਤੇ ਵੀ, 3 'ਤੇ ਵੀ, 4 'ਤੇ 5, 6, 7 ਲੇਬਰਰ ਤੁਸੀਂ ਵਧਾਉਂਦੇ ਜਾਂਦੇ ਹੋ, ਇਨਪੁੱਟ ਵਧਾਉਂਦੇ ਜਾਂਦੇ ਹੋ ਲੇਬਰ ਦੀ, ਅਤੇ ਤਾਂ ਵੀ ਉਹਦੀ ਜਿਹੜੀ ਟੈਕਨੀਕ ਆ ਉਹ ਸੇਮ ਰਹੇਗੀ। ਫਿਰ ਆਪਾਂ ਇਹ ਵੀ ਮੰਨ ਕੇ ਚੱਲੀਏ ਕਿ ਬੇਸ਼ੱਕ ਵੈਸੇ ਤਾਂ ਉਤਪਾਦਨ ਦੇ ਸਾਧਨ 4 ਆ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ, ਪਰ ਇੱਥੇ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿਰਫ 2 ਫੈਕਟਰਸ ਆ, ਇੱਕ ਲੇਬਰ ਅਤੇ ਇੱਕ ਲੈਂਡ। ਔਰ ਜਿਹੜੀ ਲੈਂਡ ਆ ਉਹ ਫਿਕਸਡ ਫੈਕਟਰ ਆ, ਅਤੇ ਲੇਬਰ ਆ ਜਿਹੜਾ ਉਹ ਵੇਰੀਏਬਲ ਫੈਕਟਰ ਆ। ਫਿਰ ਜਿਸ ਤਰ੍ਹਾਂ ਦੇਖੋ ਆਪਾਂ ਜਿਸ ਤਰ੍ਹਾਂ ਗੱਲ ਕਰ ਚੁੱਕੇ ਹਾਂ ਹੁਣ ਕਿ ਜਦੋਂ ਉਤਪਾਦਨ ਦੇ ਵਿੱਚ ਵਾਧਾ ਹੋਏਗਾ ਵੇਰੀਏਬਲ ਫੈਕਟਰ ਨੂੰ ਵਧਾ ਕੇ, ਮਤਲਬ ਲੇਬਰ ਨੂੰ ਵਧਾ ਕੇ ਉਤਪਾਦਨ 'ਚ ਚੇਂਜ ਆਏਗੀ। ਸ਼ੁਰੂ ਦੇ ਵਿੱਚ ਪ੍ਰੋਡਕਸ਼ਨ ਵਧੂਗੀ, ਉਸ ਤੋਂ ਬਾਅਦ ਪ੍ਰੋਡਕਸ਼ਨ ਜਿਹੜੀ ਕਾਂਸਟੈਂਟ ਹੋ ਜਾਏਗੀ, ਉਸ ਤੋਂ ਬਾਅਦ ਪ੍ਰੋਡਕਸ਼ਨ ਘਟਣੀ ਸ਼ੁਰੂ ਹੋ ਜਾਏਗੀ। ਇਸ ਲਈ ਜਿਹੜੀ ਟੋਟਲ ਪ੍ਰੋਡਕਸ਼ਨ ਆ ਇਹਦੇ ਅਕੋਰਡਿੰਗ ਫਿਰ 3 ਸਟੇਜਸ ਆਉਣਗੀਆਂ। ਇਸ ਲਈ ਇਸ ਨੂੰ ਫਿਰ 3 ਸਟੇਜਸ ਆਫ ਪ੍ਰੋਡਕਸ਼ਨ ਕਰਕੇ ਜਿਹੜੀ ਐਕਸਪਲੇਨੇਸ਼ਨ ਕੀਤੀ ਜਾਂਦੀ ਹੈ। 3 ਸਟੇਜਸ ਆਫ ਪ੍ਰੋਡਕਸ਼ਨ ਜਿਹੜੀਆਂ ਆਪਾਂ ਇੱਕ ਟੇਬਲ ਦੇ ਥਰੂ ਵੀ ਐਕਸਪਲੇਨੇਸ਼ਨ ਕਰ ਸਕਦੇ ਹਾਂ। ਦੇਖੋ ਜਿੱਦਾਂ ਆਪਾਂ ਮੰਨ ਕੇ ਆਏ ਹਾਂ ਕਿ ਸਿਰਫ ਉਤਪਾਦਨ ਦੇ 2 ਸਾਧਨ ਆ, ਦੈਟ ਇਜ਼ ਲੇਬਰ ਐਂਡ ਲੈਂਡ। ਲੈਂਡ ਹੈਕਟੇਅਰ ਦੇ ਵਿੱਚ ਆਪਾਂ ਦਿੱਤੀ ਹੈ, ਲੈਂਡ ਇਜ਼ ਅ ਫਿਕਸਡ ਫੈਕਟਰ 1 1 1 1 1 1 1 ਥਰੂ ਆਊਟ ਦੀ ਲੈਂਥ, ਸਾਰੀ ਜਗ੍ਹਾ ਇਹ 1 ਹੀ ਰਹਿੰਦਾ ਕਿਉਂਕਿ ਲੈਂਡ ਸ਼ਾਰਟ ਪੀਰੀਅਡ ਦੇ ਵੀ ਥਿਊਰੀ ਹੈ, ਲਾਅ ਆਫ ਵੇਰੀਏਬਲ ਪ੍ਰਪੋਰਸ਼ਨ, ਉਤਪਾਦਨ ਦਾ ਪਰਿਵਰਤਨਸ਼ੀਲ ਨਿਯਮ, ਔਰ ਲੈਂਡ ਆ ਜਿਹੜੀ ਉਹ ਫਿਕਸ ਰਹੇਗੀ।
ਲੇਬਰ ਦੇ ਵਿੱਚ ਵਾਧਾ ਹੋਏਗਾ। ਸ਼ੁਰੂ ਦੇ ਵਿੱਚ 1 ਲੇਬਰਰ ਆ, ਫਿਰ 2, ਫਿਰ 3, ਫਿਰ 4, ਫਿਰ 5, ਫਿਰ 6, ਫਿਰ 7, ਫਿਰ 8, ਇਸ ਤਰ੍ਹਾਂ 1 ਬਾਏ 1 ਕਰਕੇ ਆਪਾਂ ਲੇਬਰਰਸ ਨੂੰ ਵਧਾਉਂਦੇ ਪਏ ਹਾਂ। ਅਤੇ ਤੁਹਾਡੀ ਜਿਹੜੀ ਪਹਿਲਾਂ ਟੋਟਲ ਪ੍ਰੋਡਕਸ਼ਨ ਦੀ ਗੱਲ ਕਰ ਲੈਂਦੇ ਹਾਂ। ਟੋਟਲ ਪ੍ਰੋਡਕਸ਼ਨ ਜਦੋਂ 1 ਲੇਬਰਰ, ਦੇਖੋ ਲੈਂਡ ਤਾਂ ਫਿਕਸ ਰਹਿੰਦੀ ਆ, 1 ਲੇਬਰਰ ਆ ਅਤੇ 2, ਜੇ ਦੋ ਲੇਬਰਰ ਹੋ ਜਾਣਗੇ 5, 3 ਲੇਬਰਰਸ 'ਤੇ 9, 4 ਲੇਬਰਰਸ 'ਤੇ 12, 5 ਲੇਬਰਰਸ 'ਤੇ 14, 6 ਲੇਬਰਰਸ 'ਤੇ 15, 7 ਲੇਬਰਰਸ 'ਤੇ ਫਿਰ 15 ਐਂਡ 8th ਲੇਬਰਰ ਵੀ ਜੇ ਆਪਾਂ ਲਗਾ ਲੈਂਦੇ ਹਾਂ, ਅਤੇ ਟੋਟਲ ਪ੍ਰੋਡਕਸ਼ਨ ਜਿਹੜੀ ਸਾਡੀ TP ਜਿਹਨੂੰ ਅਸੀਂ ਕਹਿੰਦੇ ਪਏ ਹਾਂ, ਇਹ 14 ਹੋ ਜਾਏਗੀ। ਇਹਦਾ ਮਤਲਬ ਕੀ ਹੈ ਕਿ ਸ਼ੁਰੂ 'ਚ ਤੁਹਾਡੀ ਪ੍ਰੋਡਕਸ਼ਨ ਵਧੀ ਹੈ, 2, 5, 9, 12, 14, 15, ਫਿਰ ਕੌਂਸਟੈਂਟ ਹੋ ਗਈ ਆ, 15, 15 ਕੌਂਸਟੈਂਟ ਹੋ ਗਈ ਆ। ਉਸ ਤੋਂ ਬਾਅਦ 14 ਘਟਣੀ ਸ਼ੁਰੂ ਹੋ ਗਈ ਆ। ਇਹਦੇ ਅਕੋਰਡਿੰਗ ਫਿਰ ਇਹਦੇ ਬੇਸ ਦੇ ਉੱਤੇ ਜਿਹੜੀਆਂ 3 ਸਟੇਜਸ ਦਿੱਤੀਆਂ ਜਾਂਦੀਆਂ, ਪਰ ਜਿਹੜੀਆਂ ਸਟੇਜਸ ਆ ਉਹ ਇਹਦੇ ਬੇਸ 'ਤੇ ਨਹੀਂ ਦਿੱਤੀਆਂ ਜਾਂਦੀਆਂ। ਸਟੇਜਸ ਆ ਜਿਹੜੀਆਂ ਐਕਚੁਅਲੀ ਉਹ ਐਵਰੇਜ ਪ੍ਰੋਡਕਸ਼ਨ ਦੇ ਅਕੋਰਡਿੰਗ ਬਣਾਈਆਂ ਗਈਆਂ। ਐਵਰੇਜ ਪ੍ਰੋਡਕਸ਼ਨ ਕੀ ਹੁੰਦੀ ਹੈ, ਆਪਾਂ ਲਾਸਟ ਲੈਕਚਰ ਦੇ ਵਿੱਚ ਕਰ ਲਈ ਸੀ ਕਿ ਜਦੋਂ ਤੁਸੀਂ ਟੋਟਲ ਪ੍ਰੋਡਕਸ਼ਨ ਨੂੰ ਵੇਰੀਏਬਲ ਫੈਕਟਰ ਦੈਟ ਇਜ਼ ਲੇਬਰ ਉਹਦੇ ਨਾਲ ਡਿਵਾਈਡ ਕਰੋਗੇ ਤਾਂ ਤੁਹਾਡਾ AP ਆ ਜਾਏਗਾ, ਐਵਰੇਜ ਪ੍ਰੋਡਕਸ਼ਨ ਆ ਜਾਏਗੀ। 2 ਨੂੰ 2 ਨਾਲ ਡਿਵਾਈਡ ਕਰੋਗੇ, ਟੋਟਲ ਪ੍ਰੋਡਕਸ਼ਨ ਨੂੰ ਲੇਬਰ 1 ਨਾਲ ਡਿਵਾਈਡ ਕੀਤਾ ਅਤੇ ਇਹ 2 ਆ ਜਾਏਗਾ। ਟੋਟਲ ਪ੍ਰੋਡਕਸ਼ਨ 5 ਨੂੰ ਨੰਬਰ ਆਫ ਲੇਬਰਸ 2 ਨਾਲ ਡਿਵਾਈਡ ਕਰੋਗੇ 2.5, 9 ਨੂੰ 3 ਨਾਲ ਡਿਵਾਈਡ ਕਰਨ 'ਤੇ 3 ਆਉਂਦਾ ਪਿਆ, 12 ਨੂੰ 4 ਲੇਬਰਸ ਨਾਲ ਡਿਵਾਈਡ ਕਰਨ ਦੇ ਉੱਤੇ 3 ਆਉਂਦਾ ਪਿਆ, 14 ਤੁਹਾਡੀ ਟੋਟਲ ਪ੍ਰੋਡਕਸ਼ਨ ਆ, ਲੇਬਰਸ 5 ਆ ਅਤੇ ਆ ਜਾਏਗਾ 2.8, 15 ਤੁਹਾਡੀ ਟੋਟਲ ਪ੍ਰੋਡਕਸ਼ਨ ਆ, ਲੇਬਰਸ 6 ਆ, ਇਹ ਵੀ 2.5 ਆ ਜਾਏਗਾ। ਲੇਬਰਸ ਤੁਹਾਡੇ 15 ਆ, ਲੇਬਰ ਤੁਹਾਡੀ 7 ਆ ਅਤੇ 2.1 ਆ ਜਾਏਗਾ। ਤੁਹਾਡੀ ਟੋਟਲ ਪ੍ਰੋਡਕਸ਼ਨ 14 ਆ ਅਤੇ ਲੇਬਰਸ ਤੁਹਾਡੇ 18 ਆ, ਅਤੇ ਜਿਹੜੀ ਤੁਹਾਡੀ ਐਵਰੇਜ ਪ੍ਰੋਡਕਸ਼ਨ ਆ ਉਹ 1.7 ਜਿਹੜੀ ਆ ਉਹ ਆ ਜਾਏਗੀ। ਅਤੇ ਇਸੇ ਤਰ੍ਹਾਂ ਤੁਸੀਂ ਮਾਰਜਨਲ ਪ੍ਰੋਡਕਸ਼ਨ ਕੱਢਣੀ ਹੈ। ਮਾਰਜਨਲ ਪ੍ਰੋਡਕਸ਼ਨ ਵੀ ਆਪਾਂ ਲਾਸਟ ਲੈਕਚਰ ਦੇ ਵਿੱਚ ਵੀ ਕੀਤੀ ਸੀ। ਟੋਟਲ ਪ੍ਰੋਡਕਸ਼ਨ ਇਨ N ਪੀਰੀਅਡ ਮਾਈਨਸ ਟੋਟਲ ਪ੍ਰੋਡਕਸ਼ਨ ਇਨ N-1 ਪੀਰੀਅਡ। N ਪੀਰੀਅਡ ਮੀਨਸ ਕਰੰਟ ਪੀਰੀਅਡ, N-1 ਮੀਨਸ ਪ੍ਰੀਵੀਅਸ, ਮਤਲਬ TP ਇਸ ਤਰ੍ਹਾਂ ਜਦੋਂ ਅਸੀਂ ਕਹਿ ਦਿੰਦੇ ਹਾਂ ਟੋਟਲ ਪ੍ਰੋਡਕਸ਼ਨ ਇਨ nth ਪੀਰੀਅਡ ਮਾਈਨਸ ਟੋਟਲ ਪ੍ਰੋਡਕਸ਼ਨ ਇਨ N-1 ਪੀਰੀਅਡ। ਜਿਹੜਾ N-1 ਪੀਰੀਅਡ, N-1 ਦਾ ਮਤਲਬ ਪ੍ਰੀਵੀਅਸ, N ਮੀਨਸ ਕਰੰਟ ਪੀਰੀਅਡ। ਔਰ ਇਹ ਵੀ ਇਸੇ ਤਰ੍ਹਾਂ ਦੇਖੋ ਟੋਟਲ ਪ੍ਰੋਡਕਸ਼ਨ ਤੋਂ ਹੀ ਕੈਲਕੂਲੇਟ ਹੋਏਗੀ। ਪਹਿਲਾਂ ਸਟਾਰਟਿੰਗ 'ਤੇ MP 2 ਹੀ ਰਹਿ ਜਾਏਗੀ, ਮਾਰਜਨਲ ਪ੍ਰੋਡਕਸ਼ਨ 2 ਹੀ ਰਹਿ ਜਾਏਗਾ। ਉਸ ਤੋਂ ਬਾਅਦ 5 - 2 3, 9 - 5 4, 12 - 9 3, 14 - 12 3, 2, 15 - 14 1, 15 - 15 0, 14 - 15 -1। ਇਸ ਤਰ੍ਹਾਂ ਫਿਰ ਸਟੇਜਸ ਆ ਜਿਹੜੀਆਂ ਤੁਸੀਂ ਉਹ ਬਣਾਈਆਂ। ਸਟੇਜਸ ਜਿਹੜੀਆਂ ਆਪਾਂ ਐਕਚੁਅਲੀ ਬਣਾ ਦਿੰਦੇ ਹਾਂ, ਐਵਰੇਜ ਪ੍ਰੋਡਕਸ਼ਨ ਦੇ ਅਕੋਰਡਿੰਗ ਵੀ ਬਣਾ ਦਿੰਦੇ ਆ, ਮਾਰਜਨਲ ਪ੍ਰੋਡਕਸ਼ਨ ਦੇ ਅਕੋਰਡਿੰਗ ਵੀ ਵਧਾ ਦਿੰਦੇ ਆ। ਸ਼ੁਰੂ ਦੇ ਵਿੱਚ ਜਿੱਥੇ ਸਾਡੀ ਐਵਰੇਜ ਪ੍ਰੋਡਕਸ਼ਨ ਕੌਂਸਟੈਂਟ ਹੋ ਜਾਂਦੀ ਹੈ, 3 ਹੋ ਜਾਂਦੀ ਹੈ, ਉੱਥੇ ਤੱਕ ਫਸਟ ਸਟੇਜ ਆ। ਔਰ ਜਿੱਥੇ ਸਾਡੀ ਮਾਰਜਨਲ ਪ੍ਰੋਡਕਸ਼ਨ ਜਿਹੜੀ 0 ਹੋ ਜਾਏਗੀ ਉੱਥੇ ਤੱਕ ਸੈਕਿੰਡ ਸਟੇਜ ਆ, ਉਸ ਤੋਂ ਬਾਅਦ ਥਰਡ ਸਟੇਜ ਆ। ਹੁਣ ਦੇਖੋ ਪਹਿਲੀ ਸਟੇਜ ਆ ਤੁਹਾਡੇ 4 ਲੇਬਰਸ ਤੱਕ, 7 ਲੇਬਰਸ ਤੱਕ ਤੁਹਾਡੀ ਸੈਕਿੰਡ ਸਟੇਜ ਆ। ਹੁਣ ਫਸਟ ਸਟੇਜ ਦੀ ਜਦੋਂ ਤੁਸੀਂ ਐਕਸਪਲੇਨੇਸ਼ਨ ਦੋਗੇ ਕੀ ਦੋਗੇ? ਸਭ ਤੋਂ ਪਹਿਲਾਂ ਤੁਸੀਂ ਕਹੋਗੇ ਟੋਟਲ ਪ੍ਰੋਡਕਸ਼ਨ ਵੱਧਦੀ ਹੈ। ਟੋਟਲ ਪ੍ਰੋਡਕਸ਼ਨ TP ਦੇ ਵਿੱਚ ਫਸਟ ਸਟੇਜ ਦੇ ਵਿੱਚ ਵਾਧਾ ਹੁੰਦਾ, ਐਵਰੇਜ ਪ੍ਰੋਡਕਸ਼ਨ ਦੇ ਵਿੱਚ TP ਦੇ ਵਿੱਚ ਫਸਟ ਸਟੇਜ 'ਚ ਵਾਧਾ ਹੁੰਦਾ, ਅਤੇ ਸਟੇਜ ਦੇ ਐਂਡ ਦੇ ਉੱਤੇ ਐਵਰੇਜ ਪ੍ਰੋਡਕਸ਼ਨ ਕੌਂਸਟੈਂਟ ਹੋ ਜਾਂਦੀ। ਦੇਖੋ ਕਿੰਨੀ ਹੋ ਗਈ ਆ 3। ਚਾਹੇ ਇਸ ਲੈਕਚਰ ਨੂੰ ਤੁਸੀਂ ਇੰਨੇ ਪਾਰਟ ਨੂੰ 2-3 ਵਾਰ ਸੁਣ ਲਈਓ, ਸਮਝ ਲਈਓ ਇੱਕ ਵਾਰ। TP ਲਗਾਤਾਰ ਵੱਧਦੀ ਹੈ ਫਸਟ ਸਟੇਜ ਦੇ ਵਿੱਚ। AP ਐਵਰੇਜ ਪ੍ਰੋਡਕਸ਼ਨ ਪਹਿਲਾਂ ਵੱਧਦੀ ਆ ਅਤੇ ਇਸੇ ਸਟੇਜ ਦੇ ਐਂਡ 'ਤੇ ਕੀ ਹੋ ਜਾਂਦੀ ਹੈ ਕੌਂਸਟੈਂਟ 3 ਹੋ ਗਈ ਆ। MP ਹੈ ਜਿਹੜੀ ਉਹ ਵੱਧਦੀ ਆ, ਇਸੇ ਸਟੇਜ ਦੇ ਵਿੱਚ ਮੈਕਸੀਮਮ ਹੋ ਜਾਂਦੀ ਹੈ, ਕਿੰਨੀ ਸੀਗੀ 4, ਉਹ ਤੋਂ ਬਾਅਦ ਇਸੇ ਸਟੇਜ 'ਚ ਘਟ ਜਾਂਦੀ ਹੈ। ਠੀਕ ਆ। TP ਲਗਾਤਾਰ ਵੱਧਦੀ ਹੈ ਫਸਟ ਸਟੇਜ ਦੇ ਵਿੱਚ, ਫਸਟ ਸਟੇਜ 'ਚ AP ਲਗਾਤਾਰ ਵੱਧਦੀ ਹੈ ਅਤੇ ਐਂਡ ਦੇ ਉੱਤੇ ਮੈਕਸੀਮਮ ਹੋ ਜਾਂਦੀ ਆ ਕਿਉਂਕਿ ਕੌਂਸਟੈਂਟ ਹੋ ਜਾਂਦੀ ਆ। MP ਹੈ ਜਿਹੜੀ ਉਹ ਵੱਧਦੀ ਆ, ਮੈਕਸੀਮਮ ਹੁੰਦੀ ਹੈ ਅਤੇ ਇਸੇ ਸਟੇਜ 'ਚ ਘਟਣੀ ਵੀ ਸ਼ੁਰੂ ਹੋ ਜਾਂਦੀ, 4 ਤੋਂ 3 'ਤੇ ਆ ਗਈ ਆ ਵਾਪਸ। ਅਤੇ ਇਸ ਸਟੇਜ ਦੇ ਐਂਡ ਦੇ ਉੱਪਰ AP ਅਤੇ MP ਕੀ ਹੁੰਦੇ ਆ ਕੌਂਸਟੈਂਟ, AP ਵੀ 3 ਆ ਅਤੇ MP ਵੀ 3 ਆ। ਫਿਰ ਸੈਕਿੰਡ ਸਟੇਜ 'ਤੇ ਆ ਜਾਓ। ਸੈਕਿੰਡ ਸਟੇਜ ਦੇ ਵਿੱਚ ਜਿਹੜੀ ਟੋਟਲ ਪ੍ਰੋਡਕਸ਼ਨ ਆ ਉਹ ਵੱਧਦੀ ਆ ਅਤੇ ਕੀ ਹੋ ਜਾਂਦੀ ਆ ਕੌਂਸਟੈਂਟ, ਕਿਉਂਕਿ 14 15 ਐਂਡ ਫਿਰ 15। ਜਿਹੜੀ ਐਵਰੇਜ ਪ੍ਰੋਡਕਸ਼ਨ ਆ ਉਹ ਲਗਾਤਾਰ ਘਟਦੀ ਆ, ਜਿਹੜੀ ਮਾਰਜਨਲ ਪ੍ਰੋਡਕਸ਼ਨ ਆ ਉਹ ਵੀ ਘਟਦੀ ਆ, ਪਰ ਸਟੇਜ ਦੇ ਐਂਡ 'ਤੇ ਕੀ ਹੋ ਜਾਂਦੀ ਆ 0। ਠੀਕ ਹੈ। ਅਤੇ ਥਰਡ ਸਟੇਜ 'ਚ ਆ ਜਾਓ। ਥਰਡ ਸਟੇਜ 'ਚ TP ਘਟਣ ਲੱਗਦੀ ਆ, AP ਘਟਦੀ ਆ ਅਤੇ MP ਹੈ ਜਿਹੜੀ ਉਹ ਕੀ ਹੋ ਜਾਂਦੀ ਆ ਨੈਗੇਟਿਵ, ਕੌਂਸਟੈਂਟ ਨੈਗੇਟਿਵ ਹੋ ਜਾਂਦੀ ਹੈ, ਨੈਗੇਟਿਵ ਮਾਈਨਸ 'ਚ ਚੱਲ ਜਾਂਦੀ ਹੈ। ਦੇਖੋ ਉਹੀ ਮੈਂ ਇੱਥੇ ਡਾਇਗਰਾਮਸ ਨੂੰ ਇੱਕ ਵਾਰ ਧਿਆਨ ਦੇ ਨਾਲ ਦੇਖ ਲਈਓ। ਫਸਟ ਸਟੇਜ ਦੇ ਵਿੱਚ ਸਭ ਤੋਂ ਪਹਿਲਾਂ
ਟੋਟਲ ਪ੍ਰੋਡਕਸ਼ਨ ਵਧਦੀ ਆ, ਈ ਤੱਕ ਟੋਟਲ ਪ੍ਰੋਡਕਸ਼ਨ ਵਧੀ ਆ, ਮਤਲਬ ਟੋਟਲ ਪ੍ਰੋਡਕਸ਼ਨ ਵਧਦੀ ਦਰ 'ਤੇ ਵਧੀ ਆ। ਉਸ ਤੋਂ ਬਾਅਦ ਇਹ ਫਸਟ ਸਟੇਜ ਆ। ਸੈਕਿੰਡ ਸਟੇਜ ਦੇ ਵਿੱਚ ਵੀ ਟੋਟਲ ਪ੍ਰੋਡਕਸ਼ਨ ਵਧਦੀ ਆ, ਪਰ ਜਿਹੜੀ ਟੋਟਲ ਪ੍ਰੋਡਕਸ਼ਨ ਆ ਉਹ ਸਟੇਜ ਦੇ ਐਂਡ 'ਤੇ ਕੀ ਹੋ ਜਾਂਦੀ ਆ, ਕੌਂਸਟੈਂਟ। ਇਸ ਲਈ ਜੀ ਦੇ ਉੱਪਰ ਜਾ ਕੇ ਉਹ ਕੀ ਹੋ ਗਈ ਆ, ਕੌਂਸਟੈਂਟ। ਉਸ ਤੋਂ ਬਾਅਦ ਥਰਡ ਸਟੇਜ 'ਚ ਟੋਟਲ ਪ੍ਰੋਡਕਸ਼ਨ ਕੀ ਹੋ ਜਾਂਦੀ, ਘਟਣੀ ਸ਼ੁਰੂ ਹੋ ਜਾਂਦੀ। ਉਸ ਤੋਂ ਬਾਅਦ ਜਿਹੜਾ ਸੈਕਿੰਡ ਪਾਰਟ ਆ, ਸੈਕਿੰਡ ਪਾਰਟ ਦੇ ਵਿੱਚ ਉਹਨੇ ਦਿੱਤੇ ਆ AP ਅਤੇ MP, ਮਾਰਜਨਲ ਪ੍ਰੋਡਕਸ਼ਨ ਅਤੇ ਐਵਰੇਜ ਪ੍ਰੋਡਕਸ਼ਨ। ਮਾਰਜਨਲ ਪ੍ਰੋਡਕਸ਼ਨ ਅਤੇ ਐਵਰੇਜ ਪ੍ਰੋਡਕਸ਼ਨ ਦੋਨੋਂ ਹੀ ਫਸਟ ਸਟੇਜ ਦੇ ਵਿੱਚ ਪਹਿਲਾਂ ਵੱਧਦੇ ਆ। ਦੇਖੋ ਮੈਂ ਦੁਬਾਰਾ ਟੇਬਲ 'ਤੇ ਜਾਂਦੀ ਹਾਂ। ਦੇਖੋ ਦੋਨਾਂ ਨੇ ਐਵਰੇਜ ਪ੍ਰੋਡਕਸ਼ਨ ਅਤੇ ਮਾਰਜਨਲ ਪ੍ਰੋਡਕਸ਼ਨ ਦੇਖਿਓ, ਦੋਨੇ ਹੀ 2 ਮਤਲਬ ਇਕੱਠੇ ਸਟਾਰਟ ਹੁੰਦੇ ਆ 2.5, ਪਰ ਉਹ ਕਿੰਨਾ ਰਹਿ ਜਾਂਦਾ 3 3 4 3 3। ਇਹਦਾ ਮਤਲਬ ਕੀ ਹੋਇਆ ਕਿ ਇਸ ਸਟੇਜ ਦੇ ਵਿੱਚ ਪਹਿਲਾਂ ਦੋਨੇ ਹੀ ਵੱਧਦੇ ਆ। ਇਸ ਸਟੇਜ ਦੇ ਥਰਡ ਪਾਰਟ 'ਤੇ ਜਾ ਕੇ MP ਹੈ ਜਿਹੜੀ ਉਹ ਜ਼ਿਆਦਾ ਹੋ ਜਾਂਦੀ ਹੈ AP ਦੇ ਨਾਲੋਂ, ਕਿਉਂਕਿ MP 4 ਹੋ ਜਾਂਦੀ ਹੈ, 4 ਹੋ ਜਾਂਦੀ ਹੈ, AP ਕਿੰਨੀ ਰਹਿ ਜਾਂਦੀ ਹੈ 3। ਪਰ ਉਸ ਤੋਂ ਬਾਅਦ ਸਟੇਜ ਜਿੱਥੇ ਐਂਡ ਹੁੰਦੀ, ਜਿੱਥੇ I ਪੁਆਇੰਟ ਲਿਖਿਆ ਹੋਇਆ, ਉੱਥੇ AP ਅਤੇ MP ਦੋਨੋਂ ਕੀ ਆ 3 3। ਉਸ ਤੋਂ ਬਾਅਦ AP ਲਗਾਤਾਰ ਸੈਕਿੰਡ ਸਟੇਜ 'ਚ ਵੀ ਘਟਦੀ ਹੈ ਅਤੇ ਥਰਡ ਸਟੇਜ 'ਚ ਵੀ ਘਟਦੀ ਆ। MP ਸੈਕਿੰਡ ਸਟੇਜ 'ਚ ਘਟਣ ਲੱਗਦੀ ਹੈ, ਸਟੇਜ ਦੇ ਐਂਡ 'ਤੇ ਕੀ ਹੋ ਜਾਂਦੀ 0 C ਪੁਆਇੰਟ ਦੇ ਉੱਪਰ। ਅਤੇ ਉਸ ਤੋਂ ਬਾਅਦ ਥਰਡ ਸਟੇਜ ਦੇ ਵਿੱਚ MP ਕੀ ਹੋ ਜਾਂਦੀ ਹੈ, ਨੈਗੇਟਿਵ। ਉਸ ਤੋਂ ਬਾਅਦ ਕੰਡੀਸ਼ਨਸ ਆਰ ਐਂਡ ਕਾਜ਼ਜ਼ ਆਫ ਦੀ ਐਪਲੀਕੇਬਿਲਿਟੀ, ਐਂਡ ਕਾਜ਼ਜ਼ ਹੈ ਔਰ ਕਾਜ਼ਜ਼ ਨਹੀਂ। ਇਹ ਜਿਹੜਾ ਲਾਅ ਆ ਇਹਦੇ ਲਾਗੂ ਹੋਣ ਦੀਆਂ ਜਿਹੜੀਆਂ ਕੰਡੀਸ਼ਨਸ ਔਰ ਕੰਡੀਸ਼ਨਸ ਔਰ ਕਾਜ਼ਜ਼ ਆਫ ਐਪਲੀਕੇਬਿਲਿਟੀ। ਇਹ ਨਿਯਮ ਕਿਉਂ ਲਾਗੂ ਹੁੰਦਾ, ਇੰਡੀਵਿਜ਼ੀਬਿਲਿਟੀ ਆਫ ਫੈਕਟਰ। ਸਭ ਤੋਂ ਪਹਿਲਾਂ ਤਾਂ ਇਹ ਆ ਕਿ ਜਿਹੜੇ ਫੈਕਟਰਸ ਆ ਉਹ ਕਈ ਵਾਰ ਅਖੰਡਿਤ ਹੁੰਦੇ ਆ, ਉਹਨਾਂ ਨੂੰ ਵੰਡ ਨਹੀਂ ਸਕਦੇ ਤੁਸੀਂ। ਇਸ ਲਈ ਇਹ ਜਿਹੜਾ ਨਿਯਮ ਆ ਇਹ ਲਾਗੂ ਹੁੰਦਾ ਆ ਕਿ ਤੁਸੀਂ ਜਿੱਦਾਂ ਲੈਂਡ ਆ ਉਹਨੂੰ ਤੁਸੀਂ ਵੰਡ ਨਹੀਂ ਸਕਦੇ। ਅਤੇ ਉਸ ਦਾ ਇਸਤੇਮਾਲ ਜਿਹੜਾ ਇਹ ਤਾਂ ਜ਼ਰੂਰ ਹੋ ਸਕਦਾ ਕਿ ਜਦੋਂ ਤੁਹਾਡੇ ਵੇਰੀਏਬਲ ਫੈਕਟਰ ਤੁਸੀਂ ਘੱਟ ਨਾਲ ਯੂਜ਼ ਕਰਦੇ ਪਏ, ਉਹਦਾ ਯੂਜ਼ ਘੱਟ ਹੁੰਦਾ ਪਿਆ, ਅਤੇ ਲੇਬਰ ਵੇਰੀਏਬਲ ਫੈਕਟਰ ਨੂੰ ਵਧਾ ਕੇ ਤੁਸੀਂ ਉਹਦਾ ਜਿਹੜਾ ਯੂਜ਼ ਆ ਉਹ ਵੱਧ ਕਰ ਸਕਦੇ ਹੋ। ਉਸ ਤੋਂ ਬਾਅਦ ਚੇਂਜ ਇਨ ਫੈਕਟਰ ਰੇਸ਼ੋ। ਫਿਰ ਫੈਕਟਰ ਰੇਸ਼ੋ 'ਚ ਚੇਂਜ ਹੁੰਦਾ ਜਦੋਂ ਲੇਬਰ ਅਤੇ ਕੈਪੀਟਲ ਦੀ ਵੀ ਗੱਲ ਕਰਦੇ ਹਾਂ ਆਪਾਂ, ਲੇਬਰ ਅਤੇ ਲੈਂਡ ਦੀ ਗੱਲ ਕਰਦੇ ਹਾਂ, 1 ਰੇਸ਼ੋ ਆ, ਫਿਰ 1 2 ਹੋ ਜਾਂਦੀ ਹੈ, ਫਿਰ 1 3 ਹੋ ਜਾਂਦੀ ਹੈ, ਫਿਰ 1 4 ਹੋ ਜਾਂਦੀ ਹੈ, ਫਿਰ 1 5 ਹੋ ਜਾਂਦੀ ਹੈ। ਇਸ ਤਰ੍ਹਾਂ ਰੇਸ਼ੋ ਦੇ ਵਿੱਚ ਚੇਂਜ ਆਉਂਦੀ ਰਹਿੰਦੀ ਆ। ਫਿਰ ਕਈ ਵਾਰ ਇੰਪਰਫੈਕਟ ਸਬਸਟੀਚਿਊਟ ਹੁੰਦੇ ਆ, ਕੁਝ ਇੱਕ ਜਿਹੜੇ ਫੈਕਟਰਸ ਆਫ ਪ੍ਰੋਡਕਸ਼ਨ ਆ ਉਹ ਇੰਪਰਫੈਕਟ ਸਬਸਟੀਚਿਊਟ ਹੁੰਦੇ ਆ, ਉਹਨਾਂ ਦੀ ਜਗ੍ਹਾ 'ਤੇ ਕਿਸੇ ਹੋਰ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਜਿਸ ਤਰ੍ਹਾਂ ਲੈਂਡ ਹੈ, ਜੇ ਤੁਸੀਂ ਐਗਰੀਕਲਚਰਲ ਐਕਟੀਵਿਟੀਜ਼ ਦੀ ਜਾਂ ਐਗਰੀਕਲਚਰਲ ਪ੍ਰੋਡਕਸ਼ਨ ਦੀ ਗੱਲ ਕਰਦੇ ਹੋ ਤਾਂ ਤੁਸੀਂ ਉਹਦੀ ਜਗ੍ਹਾ 'ਤੇ ਕੋਈ ਹੋਰ ਸਬਸਟੀਚਿਊਟ ਨਹੀਂ ਲਿਆ ਸਕਦੇ। ਅਤੇ ਇਸ ਲਈ ਜੇ ਤੁਹਾਡੇ ਕੋਲ ਲੇਬਰ ਜਿਹੜੇ ਤੁਹਾਡੇ ਵੇਰੀਏਬਲ ਫੈਕਟਰ ਆ ਉਹ ਘੱਟ ਵੀ ਹੈਗੇ ਆ, ਤਾਂ ਵੀ ਤੁਸੀਂ ਉਹਨੂੰ ਉਨਾ ਹੀ ਯੂਜ਼ ਕਰੋਗੇ। ਫਿਰ ਤੁਸੀਂ ਹੌਲੀ ਹੌਲੀ ਲੇਬਰ ਨੂੰ ਵਧਾਉਂਦੇ ਜਾਂਦੇ ਹੋ, ਕਿਉਂਕਿ ਉਹ ਫੈਕਟਰ ਦਾ ਜਿਹੜਾ ਇੰਪਰਫੈਕਟ ਸਬਸਟੀਚਿਊਟ ਆ ਉਹਨੂੰ ਅਤੇ ਉਹਦੀ ਜਗ੍ਹਾ 'ਤੇ ਤਾਂ ਕੋਈ ਹੋਰ ਯੂਜ਼ ਕਰ ਹੀ ਨਹੀਂ ਸਕਦੇ ਤੁਸੀਂ। ਉਸ ਤੋਂ ਬਾਅਦ ਪੋਸਟਪੋਨਮੈਂਟ ਆਫ ਦਾ ਨਿਯਮ। ਪਰ ਇਹ ਨਿਯਮ ਨਹੀਂ ਲਾਗੂ ਹੋਏਗਾ, ਕਦੋਂ ਨਹੀਂ ਲਾਗੂ ਹੋਏਗਾ, ਜਦੋਂ ਨੰਬਰ 1 ਤੁਹਾਡੀ ਟੈਕਨੀਕ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਚੇਂਜ ਆ ਗਈ, ਕਿਉਂਕਿ ਜੇ ਇੰਪਰੂਵਮੈਂਟ ਹੋ ਗਈ, ਕਿਉਂਕਿ ਆਪਾਂ ਮੰਨ ਕੇ ਚੱਲੇ ਸੀ ਕਿ ਪ੍ਰੋਡਕਸ਼ਨ ਦੀ ਟੈਕਨੀਕ ਦੇ ਵਿੱਚ ਕੋਈ ਵੀ ਇੰਪਰੂਵਮੈਂਟ ਨਹੀਂ ਹੁੰਦੀ, ਪਰ ਜੇ ਇੰਪਰੂਵਮੈਂਟ ਹੋ ਗਈ ਤਾਂ ਇਹ ਨਿਯਮ ਲਾਗੂ ਨਹੀਂ ਹੋਏਗਾ। ਅਤੇ ਜੇ ਕਿਤੇ ਪਰਫੈਕਟ ਸਬਸਟੀਚਿਊਟ ਸਾਨੂੰ ਮਿਲ ਗਏ ਤਾਂ ਵੀ ਇਹ ਨਿਯਮ ਜਿਹੜਾ ਲਾਗੂ ਨਹੀਂ ਹੋਏਗਾ। ਮੀਨਜ਼ ਇੱਕ ਸਾਧਨ ਦੀ ਥਾਂ 'ਤੇ ਜੇ ਦੂਸਰੇ ਸਾਧਨ ਦਾ ਪ੍ਰਯੋਗ ਆਪਾਂ ਕਰ ਸਕਦੇ ਹੋਏ ਤਾਂ ਵੀ ਇਹ ਨਿਯਮ ਲਾਗੂ ਨਹੀਂ ਹੋਏਗਾ। ਇਹ ਕਨਸੈਪਟ ਇੱਥੇ ਖਤਮ ਹੁੰਦਾ ਹੈ। ਕੱਲ੍ਹ ਆਪਾਂ ਕਰਾਂਗੇ ਲਾਜ਼ ਆਫ ਰਿਟਰਨ। ਥੈਂਕ ਯੂ ਸੋ ਮਚ।